ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੁਸਤਕ 1984 ਸਿੱਖ ਕਤਲੇਆਮ ਦਾ ਸੱਚ, ਲੇਖਕ ਜਰਨੈਲ ਸਿੰਘ, ਪੱਤਰਕਾਰ ਦਿੱਲੀ। ਆਵਾਜ਼ ਸੰਦੀਪ ਸਿੰਘ ਖਾਲੜਾ। ਭਾਗ 11ਵਾਂ। ਜਿਨ੍ਹਾਂ ਦੀ ਜ਼ਮੀਰ ਜਿੰਦਾ ਸੀ, ਧਰਮ ਭਰਾ। ਜਦੋਂ ਪੁਲਿਸ ਨੇਤਾ ਤੇ ਜ਼ਿਆਦਾਤਰ ਲੋਕ ਫਿਰਕੂਪੁਣੇ ਵਿੱਚ ਅੰਨੇ ਹੋ ਚੁੱਕੇ ਸੀ, ਤਾਂ ਇੱਕ ਹਿੰਦੂ ਧਰਮ ਭਰਾ ਵੀ ਸੀ, ਜਿਸ ਨੇ ਆਪਣੀ ਧਰਮ ਭੈਣ ਸਰਜੀਤ ਕੌਰ ਦੇ ਘਰ ਨੂੰ ਬਚਾਉਣ ਲਈ ਆਪਣੀ ਜਾਨ ਨਿਸ਼ਾਵਰ ਕਰ ਦਿੱਤੀ। ਸਰਜੀਤ ਕੌਰ ਦਾ ਘਰ ਤਾਂ ਬਚ ਗਿਆ, ਪਰ ਸੱਤਿਆ ਦੇਵੀ ਦਾ ਉੱਜੜ ਗਿਆ। ਪਤੀ ਪ੍ਰਕਾਸ਼ ਚੰਦ ਨੂੰ ਭੈਣ ਸੁਰਜੀਤ ਕੌਰ ਦਾ ਘਰ ਬਚਾਉਣ ਦੀ ਕੀਮਤ ਆਪਣੀ ਜਾਨ ਦੇ ਕੇ ਅਦਾ ਕਰਨੀ ਪਈ ਸੀ। ਯਾਦਾਂ ਨੂੰ ਸਮੇਟਦੇ ਹੋਏ ਸੱਤਿਆ ਦੇਵੀ ਨੇ ਦੱਸਿਆ ਕਿ ਕਿਵੇਂ 1 ਨਵੰਬਰ 1984 ਨੂੰ ਵਿਨੋਦਪੁਰੀ ਵਿਜੈ ਇਨਕਲੇਵ ਪਾਲਮ ਰੋਡ ਤੇ ਦੰਗਾਈਆਂ ਨੇ ਸਵੇਰੇ 9 ਵਜੇ ਦੇ ਕਰੀਬ ਹਮਲਾ ਬੋਲ ਦਿੱਤਾ। ਇੱਥੇ ਵੀ ਸਭ ਤੋਂ ਪਹਿਲਾਂ ਗੁਰਦੁਆਰੇ ਨੂੰ ਨਿਸ਼ਾਨਾ ਬਣਾਇਆ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕਰਕੇ ਸਾੜ ਦਿੱਤਾ। ਹੁਣ ਆਪਣੀ ਛੱਤ ਤੇ ਚੜ੍ਹ ਗਈ ਤੇ ਵੇਖਿਆ ਕਿ ਦੰਗਾਈਆਂ ਨੇ ਚੁਣ ਚੁਣ ਕੇ ਸਿੱਖਾਂ ਦੇ ਘਰਾਂ ਨੂੰ ਲੁੱਟਣਾ ਤੇ ਸਾੜਨਾ ਸ਼ੁਰੂ ਕਰ ਦਿੱਤਾ ਹੈ। ਦੰਗਾਈਆਂ ਦੇ ਕੁਝ ਚਿਹਰੇ ਪਛਾਣੇ ਜਾ ਰਹੇ ਸੀ ਤੇ ਕਾਫੀ ਲੋਕ ਬਾਹਰੋਂ ਆਏ ਸੀ। ਲੁੱਟ ਖਸੁੱਟ ਕਰਕੇ ਘਰ ਸਾੜਨ ਤੇ ਸਿੱਖਾਂ ਨੂੰ ਮਾਰਨ ਦਾ ਇਹ ਕ੍ਰਮ ਦੁਪਹਿਰ 12 ਵਜੇ ਤੱਕ ਚੱਲਦਾ ਰਿਹਾ। ਨਾ ਪੁਲਿਸ ਸੀ ਤੇ ਨਾ ਹੀ ਕੋਈ ਉਹਨਾਂ ਨੂੰ ਰੋਕਣ ਵਾਲਾ। ਇਸ ਤੋਂ ਬਾਅਦ ਸ਼ਾਮ 6 ਵਜੇ ਇਹ ਭੀੜ ਫਿਰ ਆ ਗਈ। ਹੁਣ ਇਹ ਉਹਨਾਂ ਘਰਾਂ ਦੀ ਤਲਾਸ਼ੀ ਲੈ ਰਹੀ ਸੀ ਜਿੱਥੇ ਉਹਨਾਂ ਨੂੰ ਸ਼ੱਕ ਸੀ ਕਿ ਸਿੱਖ ਛੁਪੇ ਹੋ ਸਕਦੇ ਨੇ। ਸੱਤਿਆ ਦੇਵੀ ਦੇ ਘਰ ਆਏ ਤਾਂ ਉਸ ਨੇ ਸਿੱਖਾਂ ਦੇ ਛੁਪੇ ਹੋਣ ਤੋਂ ਇਨਕਾਰ ਕਰ ਦਿੱਤਾ। ਇਸ ਤੇ ਭੀੜ ਉਸ ਨੂੰ ਧੱਕਾ ਦਿੰਦੇ ਹੋਏ ਅੰਦਰ ਆ ਵੜੀ ਤੇ ਘਰ ਦੀ ਪੂਰੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। ਕੋਈ ਹੁੰਦਾ ਤਾਂ ਮਿਲਦਾ। ਹੁਣ ਪਤੀ ਪ੍ਰਕਾਸ਼ ਚੰਦ ਨੂੰ ਗੁਆਂਢ ਰਹਿਣ ਵਾਲੀ ਆਪਣੀ ਧਰਮ ਭੈਣ ਸਰਜੀਤ ਕੌਰ ਦੀ ਚਿੰਤਾ ਹੋਣ ਲੱਗੀ। ਬਲਦੇਵ ਸਿੰਘ ਦੀ ਪਤਨੀ ਸਰਜੀਤ ਕੌਰ ਨੂੰ ਉਹਨਾਂ ਨੇ ਧਰਮ ਭੈਣ ਬਣਾਇਆ ਹੋਇਆ ਸੀ ਤੇ ਉਹ ਇਹਨਾਂ ਨੂੰ ਰੱਖੜੀ ਬੰਨ੍ਹਦੇ ਸੀ। ਉਹਨਾਂ ਨੂੰ ਕਦੇ ਐਸਾ ਨਹੀਂ ਲੱਗਦਾ ਸੀ ਕਿ ਸਰਜੀਤ ਕੌਰ ਉਹਨਾਂ ਦੀ ਸਗੀ ਭੈਣ ਨਹੀਂ ਹੈ। ਦੰਗਾਈਆਂ ਦੇ ਜਾਣ ਤੋਂ ਬਾਅਦ ਪ੍ਰਕਾਸ਼ ਚੰਦ ਬਲਦੇਵ ਸਿੰਘ ਦੇ ਘਰ ਚਲੇ ਗਏ। ਬਲਦੇਵ ਸਿੰਘ ਉੱਥੇ ਨਹੀਂ ਸੀ, ਪਰ ਸਰਜੀਤ ਕੌਰ ਬਹੁਤ ਘਬਰਾਈ ਹੋਈ ਸੀ। ਉਸ ਨੇ ਮੁਸ਼ਕਲ ਵਿੱਚ ਫਸੀ ਆਪਣੀ ਭੈਣ ਨੂੰ ਹੌਸਲਾ ਦੇਣ ਲਈ ਉੱਥੇ ਹੀ ਰਹਿਣ ਦਾ ਫੈਸਲਾ ਕਰ ਲਿਆ। ਉਹ ਰਾਤ ਨੂੰ ਉੱਥੇ ਹੀ ਰਹੇ, ਪਰ ਅਗਲੇ ਦਿਨ 2 ਨਵੰਬਰ ਨੂੰ ਭੀੜ ਨੇ ਫਿਰ ਹਮਲਾ ਬੋਲ ਦਿੱਤਾ। ਉਹ ਹਰੇਕ ਘਰ ਦੀ ਤਲਾਸ਼ੀ ਲੈ ਰਹੇ ਸੀ ਕਿ ਕੋਈ ਸਿੱਖ ਬਚ ਨਾ ਜਾਏ। 2 ਦਿਨਾਂ ਤੋਂ ਪੂਰੇ ਇਲਾਕੇ ਵਿੱਚ ਭੀੜ ਦਾ ਹੀ ਰਾਜ ਸੀ। ਜਿਸ ਦੇ ਮਰਜ਼ੀ ਘਰ ਵਿੱਚ ਵੜੋ, ਲੁੱਟੋ, ਮਾਰੋ, ਕੋਈ ਕੁਝ ਕਹਿਣ ਵਾਲਾ ਨਹੀਂ। ਪੂਰੀ ਤਰ੍ਹਾਂ ਅਸ਼ਾਂਤੀ ਫੈਲੀ ਹੋਈ ਸੀ। ਹੁਣ ਦੰਗਾਈ ਭੀੜ ਫਿਰ ਤੋਂ ਸਰਜੀਤ ਕੌਰ ਦੇ ਘਰ ਚਲੀ ਗਈ ਤਾਂ ਸੱਤਿਆ ਦੇਵੀ ਦੇ ਦਿਲ ਦੀ ਧੜਕਣ ਵਧਣ ਲੱਗੀ। ਤਰ੍ਹਾਂ ਤਰ੍ਹਾਂ ਦੇ ਬੁਰੇ ਖਿਆਲ ਮਨ ਵਿੱਚ ਆ ਰਹੇ ਸੀ ਕਿ ਰਾਤ 11 ਵਜੇ ਬਦੇਵਾਸ ਸੁਰਜੀਤ ਕੌਰ ਭੱਜਦੇ ਹੋਏ ਸੱਤਿਆ ਦੇਵੀ ਕੋਲ ਆਈ ਤੇ ਕਿਹਾ, ਦੰਗਾਈ ਭਾਈ ਸਾਹਿਬ ਨੂੰ ਚੁੱਕ ਕੇ ਲੈ ਗਏ ਨੇ। ਕਹਿ ਰਹੇ ਸੀ ਕਿ ਤੂੰ ਸਰਦਾਰਾਂ ਨੂੰ ਬਚਾਉਂਦਾ ਹੈ, ਤੂੰ ਵੀ ਗਦਾਰ ਹੈ। ਸਰਜੀਤ ਕੌਰ ਹੁਣ ਸੱਤਿਆ ਦੇਵੀ ਨਾਲ ਅੱਖ ਨਹੀਂ ਮਿਲਾ ਪਾ ਰਹੀ ਸੀ, ਜਿਵੇਂ ਖੁਦ ਨੂੰ ਉਸ ਦਾ ਦੋਸ਼ੀ ਮਹਿਸੂਸ ਕਰ ਰਹੀ ਹੋਵੇ। ਬਹੁਤ ਕੋਸ਼ਿਸ਼ਾਂ ਕੀਤੀਆਂ ਕਿ ਪਤਾ ਚੱਲ ਜਾਏ, ਪਰ ਕੋਈ ਸੁਣਨ ਨੂੰ ਤਿਆਰ ਹੀ ਨਹੀਂ ਸੀ। ਫਿਰ ਅਗਲੇ ਦਿਨ 3 ਨਵੰਬਰ ਨੂੰ ਗੁਆਂਢੀਆਂ ਨੇ ਹੀ ਆ ਕੇ ਦੱਸਿਆ ਕਿ ਦੰਗਾਈਆਂ ਨੇ ਰਾਤ ਨੂੰ ਹੀ ਪ੍ਰਕਾਸ਼ ਚੰਦ ਨੂੰ ਅਣਮਨੁੱਖੀ ਤਸ਼ੱਦਦ ਦੇ ਕੇ ਮਾਰ ਸੁੱਟਿਆ ਸੀ। ਇਨਸਾਨੀਅਤ ਕਲਿਆਣਪੁਰੀ ਦੇ ਰਮੇਸ਼ ਕੁਮਾਰ ਵਿੱਚ ਵੀ ਜ਼ਿੰਦਾ ਸੀ, ਪਰ ਇਸ ਮਨੁੱਖਤਾ ਦੇ ਜਜ਼ਬੇ ਨੇ ਉਸ ਨੂੰ ਜਿਉਂਦਾ ਨਹੀਂ ਰਹਿਣ ਦਿੱਤਾ। ਸ਼ੀਲ ਕੌਰ ਨੂੰ ਯਾਦ ਹੈ ਕਿ 1 ਨਵੰਬਰ ਨੂੰ ਉਸ ਦਾ ਭਤੀਜਾ ਜਲਾਵਰ ਸਿੰਘ ਆਮ ਦਿਨਾਂ ਵਾਂਗ ਕੰਮ ਲਈ 2 ਹੋਰ ਲੋਕਾਂ ਦੇ ਨਾਲ ਨਿਕਲਿਆ ਸੀ, ਪਰ ਦੰਗਾਈਆਂ ਨੇ ਉਸ ਨੂੰ ਰਾਹ ਵਿੱਚ ਹੀ ਫੜ ਕੇ
ਬੇਰਹਿਮੀ ਨਾਲ ਮਾਰ ਕੇ ਜਮਨਾ ਵਿੱਚ ਸੁੱਟ ਦਿੱਤਾ। ਇਹ ਗੱਲ ਉਸ ਦੇ ਨਾਲ ਕੰਮ ਉੱਤੇ ਗਏ ਦੋ ਹਿੰਦੂ ਦੋਸਤਾਂ ਨੇ ਦੱਸੀ। ਇਹ ਸੁਣਦਿਆਂ ਹੀ ਸ਼ੀਲ ਕੌਰ ਦੇ ਪਤੀ ਸਮਤਾ ਸਿੰਘ ਫੌਰਨ ਜਮਨਾ ਨਦੀ ਵੱਲ ਭੱਜੇ, ਇਸ ਆਸ ਵਿੱਚ ਕਿ ਸ਼ਾਇਦ ਅਜੇ ਵੀ ਜਿੰਦਾ ਹੋਵੇ ਤੇ ਬਚ ਜਾਏ। ਪਰ ਇਹ ਕੀ, ਇੱਥੇ ਤਾਂ ਜਮਨਾ ਵਿੱਚ ਸਿੱਖਾਂ ਦੀਆਂ ਲਾਸ਼ਾਂ ਹੀ ਲਾਸ਼ਾਂ ਨਜ਼ਰ ਆ ਰਹੀਆਂ ਸੀ। ਦੂਰ ਤੋਂ ਦੰਗਾਈ ਭੀੜ ਦੀ ਆਵਾਜ਼ ਵੀ ਸੁਣਾਈ ਦੇਣ ਲੱਗੀ। ਸਮਤਾ ਸਿੰਘ ਜਲਾਵਰ ਸਿੰਘ ਦੀ ਲਾਸ਼ ਨਾ ਪਛਾਣ ਸਕੇ ਤੇ ਡਰ ਦੇ ਮਾਰੇ ਵਾਪਸ ਘਰ ਆ ਗਏ। ਥੋੜੀ ਹੀ ਦੇਰ ਵਿੱਚ ਦੰਗਾਈਆਂ ਨੇ ਘਰ ਵਿੱਚ ਹਮਲਾ ਕਰ ਦਿੱਤਾ। ਸੰਯੋਗ ਨਾਲ ਘਰ ਵਿੱਚ ਕਿਸੇ ਕੰਮ ਲਈ ਕੁਝ ਇੱਟਾਂ ਆਈਆਂ ਹੋਈਆਂ ਸੀ। ਘਰ ਵਿੱਚ 15 ਲੋਕ ਸੀ, ਸੋ ਮੁਕਾਬਲਾ ਸ਼ੁਰੂ ਹੋ ਗਿਆ। ਸਾਰਾ ਦਿਨ ਮੁਕਾਬਲਾ ਚੱਲਦਾ ਰਿਹਾ ਤੇ ਰਾਤ ਨੂੰ ਮੌਕਾ ਵੇਖ ਕੇ ਘਰ ਦੇ ਆਦਮੀਆਂ ਨੂੰ ਭਜਾ ਦਿੱਤਾ ਗਿਆ। ਸ਼ੀਲ ਕੌਰ ਵੀ ਆਪਣੀ ਧੀਆਂ ਦੇ ਨਾਲ ਗੁਆਂਢੀ ਰਮੇਸ਼ ਕੁਮਾਰ ਦੇ ਘਰ ਚਲੀ ਗਈ। 2 ਨਵੰਬਰ ਨੂੰ ਜਦੋਂ ਥੋੜੀ ਸ਼ਾਂਤੀ ਹੋਈ ਤਾਂ ਸ਼ੀਲ ਕੌਰ ਨੇ ਰਮੇਸ਼ ਕੁਮਾਰ ਨੂੰ ਕਿਹਾ, ਭਰਾ ਜੀ, ਕੁਝ ਹੀ ਦਿਨਾਂ ਵਿੱਚ ਧੀ ਦੀ ਸ਼ਾਦੀ ਹੋਣੀ ਹੈ ਤੇ ਉਸ ਦੇ ਲਈ ਮਹਿੰਗੇ ਗਹਿਣੇ ਖਰੀਦੇ ਸੀ। ਫਿਰ ਗਹਿਣਿਆਂ ਦਾ ਡੱਬਾ ਜਿਸ ਕੋਨੇ ਵਿੱਚ ਪਿਆ ਸੀ ਉਹ ਦੱਸ ਕੇ ਇਹ ਬੇਨਤੀ ਕੀਤੀ ਕਿ ਉਹ ਜਾ ਕੇ ਲੈ ਆਵੇ। ਉਹ ਮੰਨ ਗਿਆ ਤੇ ਕਿਹਾ, ਧੀਆਂ ਤਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ, ਇਸ ਦੀ ਸ਼ਾਦੀ ਲਈ ਗਹਿਣੇ ਨੇ ਤਾਂ ਲੈ ਆਉਂਦਾ ਹਾਂ। ਉਹ ਗਹਿਣੇ ਲੈਣ ਤਾਂ ਗਏ ਪਰ ਵਾਪਸ ਨਾ ਆ ਸਕੇ। ਭੀੜ ਨੇ ਉਹਨਾਂ ਨੂੰ ਘਰ ਵਿੱਚ ਵੜਦਿਆਂ ਤੇ ਗਹਿਣੇ ਲੈ ਕੇ ਆਉਂਦਿਆਂ ਵੇਖ ਲਿਆ। ਗਹਿਣੇ ਖਿੱਚ ਲਏ ਤੇ ਇੱਕ ਸਿੱਖ ਦੀ ਮਦਦ ਕਰਨ ਦੇ ਜੁਰਮ ਵਿੱਚ ਕੁੱਟ-ਕੁੱਟ ਕੇ ਮਾਰ ਦਿੱਤਾ, ਜਿਸ ਦੇ ਘਰ ਸ਼ਰਨ ਲਈ ਉਸ ਦਾ ਘਰ ਤਬਾਹ ਹੋ ਗਿਆ। ਸੁਰਜੀਤ ਕੌਰ ਅੱਜ ਤੱਕ ਉਸ ਘੜੀ ਨੂੰ ਕੋਸਦੀ ਹੈ ਜਦ ਉਸਨੇ ਰਮੇਸ਼ ਕੁਮਾਰ ਨੂੰ ਗਹਿਣਿਆਂ ਦਾ ਡੱਬਾ ਲਿਆਉਣ ਲਈ ਕਿਹਾ ਸੀ। ਸ਼ੀਲ ਕੌਰ ਹੁਣ ਕਲਿਆਣਪੁਰੀ ਚਲੀ ਗਈ। ਇੱਥੇ ਉਹ ਕੁਝ ਅਜਿਹੇ ਸਿੱਖ ਪਰਿਵਾਰ ਮਿਲੇ ਜਿਨ੍ਹਾਂ ਕੋਲ ਲਾਇਸੈਂਸੀ ਹਥਿਆਰ ਸਨ। ਇਹਨਾਂ ਨੇ ਆਪਣੇ ਹਥਿਆਰਾਂ ਦੇ ਜ਼ੋਰ ਤੇ ਆਪਣੇ ਨੂੰ ਬਚਾਇਆ ਸੀ। ਪਰ ਇਹ ਕੀ, ਪੁਲਿਸ ਨੇ ਇਹਨਾਂ ਤੋਂ ਇਹ ਹਥਿਆਰ ਜ਼ਬਤ ਕਰ ਲਏ ਤੇ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਸੁੱਟ ਦਿੱਤਾ। ਸ਼ੀਲ ਕੌਰ ਨੂੰ ਆਪਣੀਆਂ ਅੱਖਾਂ ਉੱਤੇ ਵਿਸ਼ਵਾਸ ਹੀ ਨਹੀਂ ਹੋ ਰਿਹਾ ਸੀ, ਪਰ ਹੁਣ ਇਹ ਸਮਝ ਆ ਗਿਆ ਸੀ ਕਿ ਆਖਰ 2 ਦਿਨਾਂ ਤੱਕ ਪੁਲਿਸ ਕਿਸੇ ਨੂੰ ਬਚਾਉਣ ਕਿਉਂ ਨਹੀਂ ਆਈ ਸੀ। ਇਨਸਾਨੀਅਤ ਦੀ ਲਾਜ ਰੱਖਣ ਵਾਲਿਆਂ ਇਹਨਾਂ 2 ਸ਼ਖਸੀਅਤਾਂ ਦੇ ਨਾਲ ਹੀ ਉਸ ਜੁਗਤੀ ਰਾਮ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੈ, ਜਿਸ ਨੇ ਸਿੱਖ ਬੱਚੀਆਂ ਨੂੰ ਬਚਾਉਣ ਦਾ ਅਜਿਹਾ ਕਾਰਜ ਕੀਤਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਨੂੰ 1999 ਵਿੱਚ ਸਰੋਪਾਓ ਦੇ ਕੇ ਸਨਮਾਨਿਤ ਕੀਤਾ। ਜੁਗਤੀ ਰਾਮ ਉਸੇ SHO ਸ਼ੂਰਵੀਰ ਸਿੰਘ ਤਿਆਗੀ ਦੇ ਹੇਠਾਂ ਹੀ ਕੰਮ ਕਰਦਾ ਸੀ, ਜਿਸ ਉੱਤੇ ਇਲਜ਼ਾਮ ਹੈ ਕਿ ਉਸ ਨੇ ਸਿੱਖਾਂ ਦੇ ਕਤਲੇਆਮ ਵਿੱਚ ਅਹਿਮ ਭੂਮਿਕਾ ਨਿਭਾਈ। ਤਿਆਗੀ ਦੇ ਧੋਖੇ ਕਰਕੇ ਜਦੋਂ ਤਿਰਲੋਕਪੁਰੀ ਦੇ ਬਲਾਕ 32 ਵਿੱਚ 500 ਸਿੱਖਾਂ ਨੂੰ ਮਾਰਿਆ ਜਾ ਚੁੱਕਿਆ ਸੀ ਤਾਂ ਚਿਲਾ ਪਿੰਡ ਵਿੱਚੋਂ ਆਏ ਦੰਗਾਈਆਂ ਨੇ ਔਰਤਾਂ ਦੇ ਨਾਲ ਬਲਾਤਕਾਰ ਤਾਂ ਕੀਤਾ ਹੀ, ਉਹ 30 ਜਵਾਨ ਕੁੜੀਆਂ ਨੂੰ ਵੀ ਚੁੱਕ ਕੇ ਲੈ ਗਏ। ਸ਼ਾਬਾਸ਼ ਹੈ ਉਸ ਮਾਂ ਨੂੰ ਜਿਸ ਨੇ ਜੁਗਤੀ ਰਾਮ ਜਿਹੇ ਦਲੇਰ ਪੁਲਿਸ ਵਾਲੇ ਨੂੰ ਪੈਦਾ ਕੀਤਾ। ਜਦੋਂ ਸਾਰੀ ਪੁਲਿਸ ਸਿੱਖਾਂ ਨੂੰ ਬਚਾਉਣ ਦੀ ਬਜਾਏ ਦੰਗਾਈਆਂ ਦੇ ਨਾਲ ਸੀ ਤਾਂ ਇਸ ਪੁਲਿਸ ਅਧਿਕਾਰੀ ਨੇ ਉਹਨਾਂ ਕੁੜੀਆਂ ਨੂੰ ਬਚਾਉਣ ਦਾ ਫੈਸਲਾ ਕਰ ਲਿਆ। ਉਹ ਖੁਦ ਅਜਿਹੇ ਮਿਸ਼ਨ ਤੇ ਨਹੀਂ ਜਾ ਸਕਦਾ ਸੀ, ਪਰ 2 ਨਵੰਬਰ ਦੀ ਸ਼ਾਮ ਜਦੋਂ DSP ਸੇਵਾ ਦਾਸ ਉਸ ਇਲਾਕੇ ਵਿੱਚ ਆਇਆ ਤਾਂ ਜੁਗਤੀ ਰਾਮ ਨੇ ਬਿਨਾਂ ਦੇਰ ਲਾਏ ਉਹਨਾਂ ਕੁੜੀਆਂ ਦੇ ਫਸੇ ਹੋਣ ਤੇ ਉਹਨਾਂ ਨੂੰ ਦੰਗਾਈਆਂ ਦੇ ਕਬਜ਼ੇ ਤੋਂ ਛਡਾਉਣ ਦੀ ਜ਼ਰੂਰਤ ਦੱਸ ਦਿੱਤੀ। ਸਿੱਖ ਪੁਲਿਸ ਅਫਸਰਾਂ ਨੂੰ ਦੰਗਿਆਂ ਦੇ ਵਕਤ ਥਾਣੇ ਤੋਂ ਹਟਾਉਣ ਦਾ ਹੁਕਮ ਦੇਣ ਵਾਲੇ ਸੇਵਾ ਦਾਸ ਨੇ ਇਹ ਕਹਿੰਦਿਆਂ ਮਨਾ ਕਰ ਦਿੱਤਾ ਕਿ ਉਸ ਕੋਲ ਇਸ ਆਪਰੇਸ਼ਨ ਲਈ ਗੱਡੀ ਨਹੀਂ ਹੈ। ਜੇਕਰ ਬਚਾਉਣ ਗਏ ਤਾਂ ਪੁਲਿਸ ਦੀਆਂ ਗੱਡੀਆਂ ਸਾੜ ਦਿੱਤੀਆਂ ਜਾ ਸਕਦੀਆਂ ਹਨ।
ਡੀਸੀਪੀ ਸੇਵਾ ਦਾਸ ਨੂੰ ਉਹਨਾਂ 30 ਕੁੜੀਆਂ ਦੀ ਇੱਜ਼ਤ ਤੇ ਜਾਨ ਤੋਂ ਵੱਧ ਪੁਲਿਸ ਦੀਆਂ ਗੱਡੀਆਂ ਦੀ ਚਿੰਤਾ ਸੀ। ਪਰ ਜਦੋਂ ਜੁਗਤੀ ਰਾਮ ਨੇ ਫਿਰ ਤੋਂ ਮੰਗ ਦੁਹਰਾਈ ਤਾਂ ਇਹ ਸ਼ਰਤ ਦੇ ਨਾਲ ਇਜਾਜ਼ਤ ਦੇ ਦਿੱਤੀ ਕਿ ਜੇ ਗੱਡੀਆਂ ਦਾ ਨੁਕਸਾਨ ਹੋਇਆ ਤਾਂ ਉਹ ਨਿੱਜੀ ਤੌਰ ਤੇ ਜ਼ਿੰਮੇਵਾਰ ਹੋਵੇਗਾ। ਜੁਗਤੀ ਰਾਮ ਨੇ ਚੁਣੌਤੀ ਸਵੀਕਾਰ ਕਰ ਲਈ ਤੇ ਤਰਲੋਕਪੁਰੀ ਤੋਂ 2 ਮਹਿਲਾ ਪੁਲਿਸ ਨੂੰ ਨਾਲ ਲੈ ਕੇ ਕੁੜੀਆਂ ਨੂੰ ਲੱਭਣ ਲਈ ਨਿਕਲ ਪਿਆ। ਇਸ ਪੁਲਿਸ ਅਫਸਰ ਨੇ ਆਪਣੇ ਨਾਮ ਦੀ ਲਾਜ ਰੱਖੀ ਤੇ ਇਹਨਾਂ ਸਾਰੀਆਂ 30 ਕੁੜੀਆਂ ਨੂੰ ਉਥੋਂ ਕੱਢ ਕੇ ਰਾਹਤ ਕੈਂਪ ਤੱਕ ਪਹੁੰਚਾਇਆ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹਨਾਂ ਕੁੜੀਆਂ ਦੀ ਇੱਜ਼ਤ ਲੁੱਟੀ ਗਈ ਹੋਵੇਗੀ, ਪਰ ਜੁਗਤੀ ਰਾਮ ਨੇ ਉਹਨਾਂ ਮਾਸੂਮਾਂ ਦੀ ਜਾਨ ਬਚਾ ਲਈ। ਜਦੋਂ ਸਰਕਾਰ ਤੇ ਪੁਲਿਸ ਖੁਦ ਦੰਗਾਈਆਂ ਦੇ ਨਾਲ ਸੀ ਤਾਂ ਉਸ ਵੇਲੇ ਸਿੱਖਾਂ ਨੂੰ ਬਚਾਉਣ ਦੀ ਆਪਣੀ ਜ਼ਿੰਮੇਵਾਰੀ ਨਿਭਾਉਣ ਵਾਲੇ ਜੁਗਤੀ ਰਾਮ ਨੂੰ ਦੰਡ ਦੇਣਾ ਸ਼ਾਇਦ ਉਹਨਾਂ ਲਈ ਜ਼ਰੂਰੀ ਸੀ। ਇਸ ਬਹਾਦਰੀ ਦੇ ਕਾਰਜ ਦੇ ਜਵਾਬ ਵਿੱਚ ਅਗਲੇ ਹੀ ਦਿਨ ਜੁਗਤੀ ਰਾਮ ਨੂੰ ਆਪਣੀ ਡਿਊਟੀ ਠੀਕ ਤੋਂ ਨਾ ਨਿਭਾਉਣ ਦੇ ਲਈ ਸਸਪੈਂਡ ਕਰ ਦਿੱਤਾ ਗਿਆ ਸੀ। ਪਰ ਜਿਨ੍ਹਾਂ ਨੇ 500 ਸਿੱਖਾਂ ਨੂੰ ਮਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ, ਉਹਨਾਂ ਪੁਲਿਸ ਅਫਸਰਾਂ ਨੂੰ ਤਰੱਕੀਆਂ ਦਿੱਤੀਆਂ ਗਈਆਂ। ਕੀ ਇਹ ਸਭ ਕੁਝ ਉਸ ਵੇਲੇ ਸਰਕਾਰ, ਪ੍ਰਸ਼ਾਸਨ ਤੇ ਪੁਲਿਸ ਦੀ ਮਨੋਦਸ਼ਾ ਦੱਸਣ ਲਈ ਬਹੁਤ ਨਹੀਂ ਹੈ? ਨਹੀਂ ਘੁੰਮਿਆ ਨਿਆਂ ਚੱਕਰ। ਜਦੋਂ 1999 ਵਿੱਚ ਅਟਲ ਬਿਹਾਰੀ ਵਾਜਪਾਈ ਦੀ ਕੇਂਦਰ ਵਿੱਚ ਸਰਕਾਰ ਪੂਰੇ ਦਮਖਮ ਨਾਲ ਬਣੀ ਸੀ ਤਾਂ ਭਾਜਪਾ ਨੇ 1984 ਦੇ ਦੰਗਿਆਂ ਨੂੰ ਲੈ ਕੇ ਕਾਂਗਰਸ ਨੂੰ ਕਟਘਰੇ ਵਿੱਚ ਖੜਾ ਕਰਨ ਦਾ ਮਨ ਬਣਾ ਲਿਆ ਸੀ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਇਸ ਤਰ੍ਹਾਂ ਇਸ ਮਾਮਲੇ ਨੂੰ ਭਾਜਪਾ ਦੇ ਰਾਜ ਸਭਾ ਮੈਂਬਰ KR ਮਲਕਾਨੀ ਜ਼ੋਰਦਾਰ ਤਰੀਕੇ ਨਾਲ ਚੁੱਕ ਰਹੇ ਸੀ। ਮੈਂ ਉੱਥੇ ਰਾਜ ਸਭਾ ਦੀ ਪ੍ਰੈਸ ਗੈਲਰੀ ਵਿੱਚ ਹੀ ਬੈਠਾ ਸੀ। ਇਹ ਉਹੀ ਮਲਕਾਨੀ ਸੀ ਜਿਨ੍ਹਾਂ ਨੇ ਨਾਨਾਵਟੀ ਕਮਿਸ਼ਨ ਵਿੱਚ ਸੌਂਪੇ ਹਲਫਨਾਮੇ ਵਿੱਚ ਕਿਹਾ ਸੀ ਕਿ ਉਹਨਾਂ ਨੂੰ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਇੱਕ ਨੇੜਲੇ ਅਧਿਕਾਰੀ ਨੇ ਦੱਸਿਆ ਸੀ ਕਿ ਰਾਜੀਵ ਨੇ ਕਤਲੇਆਮ ਵੇਲੇ ਉਹਨਾਂ ਦੇ ਕੰਮ ਵਿੱਚ ਫੁਸਫੁਸਾਇਆ ਸੀ। ਹਾਂ, ਸਾਨੂੰ ਉਹਨਾਂ ਨੂੰ ਸਬਕ ਸਿਖਾਉਣਾ ਚਾਹੀਦਾ ਹੈ। ਇਹੀ ਮਲਕਾਨੀ ਰਾਜ ਸਭਾ ਵਿੱਚ ਪੂਰੇ ਜ਼ੋਰਦਾਰ ਤਰੀਕੇ ਨਾਲ ਆਪਣੀ ਗੱਲ ਰੱਖਦਿਆਂ ਕਤਲੇਆਮ ਦੀ ਫਿਰ ਤੋਂ ਜਾਂਚ ਕਰਾਉਣ ਦੀ ਮੰਗ ਕਰ ਰਹੇ ਸੀ। ਪਰ ਗ੍ਰਹਿ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਇਸ ਤਰ੍ਹਾਂ ਜਤਾ ਰਹੇ ਸੀ ਜਿਵੇਂ ਉਹ ਇਸ ਦੇ ਲਈ ਰਾਜ਼ੀ ਨਹੀਂ ਹਨ। ਅਡਵਾਨੀ ਨੇ 2-3 ਵਾਰ ਇਸ ਮੰਗ ਨੂੰ ਇਹ ਕਹਿ ਕੇ ਠੁਕਰਾਉਣ ਦੀ ਕੋਸ਼ਿਸ਼ ਕੀਤੀ ਕਿ ਐਨੇ ਸਾਲਾਂ ਬਾਅਦ ਜਾਂਚ ਕਰਾਉਣ ਦੇ ਬਾਅਦ ਭਲਾ ਕੀ ਨਿਕਲੇਗਾ? 15-16 ਸਾਲਾਂ ਬਾਅਦ ਭਲਾ ਕੌਣ ਗਵਾਹੀ ਦੇ ਲਈ ਆਵੇਗਾ ਤੇ ਕਿੱਥੇ ਮਾਮਲਾ ਸਾਬਤ ਹੋਵੇਗਾ? ਕਾਂਗਰਸ ਇਸ ਮਸਲੇ ਤੇ ਬਿਲਕੁਲ ਚੁੱਪ ਬੈਠੀ ਸੀ, ਪਰ ਹੋਰਨਾਂ ਵਿਰੋਧੀ ਪਾਰਟੀਆਂ ਨੇ ਹਮਲਾ ਬੋਲ ਦਿੱਤਾ। ਉਹਨਾਂ ਨੂੰ ਲੱਗਾ ਕਿ ਅਡਵਾਨੀ ਜੇਕਰ ਜਾਂਚ ਕਮਿਸ਼ਨ ਨਹੀਂ ਬਣਾਉਣਾ ਚਾਹੁੰਦੇ ਤਾਂ ਕਿਉਂ ਨਾ ਭਾਜਪਾ ਨੂੰ ਇਸ ਮਾਮਲੇ ਵਿੱਚ ਘੇਰਿਆ ਜਾਏ। ਉਹ ਭਾਜਪਾ ਤੇ ਕਾਂਗਰਸ ਦੋਵਾਂ ਨੂੰ ਇੱਕੋ ਜਿਹਾ ਸਾਬਤ ਕਰਨ ਦੀ ਕੋਸ਼ਿਸ਼ ਕਰਨ ਲੱਗੇ। ਹੁਣ ਅਡਵਾਨੀ ਨੇ ਕਿਹਾ ਉਹਨਾਂ ਨੂੰ ਨਹੀਂ ਲੱਗਦਾ ਕਿ ਇੰਨਾ ਵਕਤ ਬੀਤ ਜਾਣ ਬਾਅਦ ਜਾਂਚ ਕਮਿਸ਼ਨ ਬਣਾਉਣ ਨਾਲ ਕੁਝ ਹੋਵੇਗਾ, ਪਰ ਸਦਨ ਦੀ ਰਾਏ ਹੈ ਤਾਂ ਉਹ ਜਾਂਚ ਕਮਿਸ਼ਨ ਦੇ ਗਠਨ ਦੀ ਮੰਗ ਨੂੰ ਮੰਨ ਲੈਂਦੇ ਹਨ। ਬਾਅਦ ਵਿੱਚ ਪਤਾ ਲੱਗਾ ਕਿ ਇਹ ਭਾਜਪਾ ਦੀ ਸਦਨ ਦੇ ਹਿਸਾਬ ਨਾਲ ਸੋਚੀ ਸਮਝੀ ਰਣਨੀਤੀ ਦੇ ਤਹਿਤ ਹੀ ਕੀਤਾ ਗਿਆ ਸੀ। ਐਲਾਨ ਦੇ ਬਾਅਦ ਕੰਮ ਜਸਟਿਸ ਨਾਨਾਵਟੀ ਨੂੰ ਸੌਂਪਿਆ ਗਿਆ ਤੇ ਉਸ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਵੈਸੇ 1999-90 ਵਿੱਚ VP ਸਿੰਘ ਸਰਕਾਰ ਦੇ ਵਕਤ ਨੂੰ ਛੱਡ ਦਈਏ ਤਾਂ 1984 ਦੇ ਬਾਅਦ ਪਹਿਲੀ ਵਾਰ ਕੇਂਦਰ ਵਿੱਚ ਅਜਿਹੀ ਸਰਕਾਰ ਸੀ ਜੋ ਕਾਂਗਰਸ ਦੀ ਨਹੀਂ ਸੀ ਜਾਂ ਫਿਰ ਕਾਂਗਰਸ ਤੇ ਨਿਰਭਰ ਨਹੀਂ ਸੀ। ਨਿਆਂ ਦੀ ਆਸ ਨਾਲ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਵਿਰੋਧੀ ਦੰਗਾ ਪੀੜਤਾਂ ਦੇ ਲਈ ਇੱਕ ਕਮੇਟੀ ਬਣਾ ਦਿੱਤੀ, ਜਿਸ ਨੇ ਪੀੜਤਾਂ ਦੇ ਹਜ਼ਾਰਾਂ ਹਲਫਨਾਮੇ ਇਕੱਠਿਆਂ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ। ਨਾਨਾਵਟੀ ਕਮਿਸ਼ਨ ਨੂੰ ਕੰਮ ਕਰਦਿਆਂ ਤਕਰੀਬਨ 1.5 ਸਾਲ ਬੀਤ ਚੁੱਕੇ ਸੀ ਕਿ ਗੁਜਰਾਤ ਵਿੱਚ ਗੋਧਰਾ ਕਾਂਡ ਦੇ ਬਾਅਦ ਦੰਗੇ ਸ਼ੁਰੂ ਹੋ ਗਏ। ਹੁਣ ਕਾਂਗਰਸ ਦੇ ਹੱਥ ਵਿੱਚ ਵੀ ਭਾਜਪਾ ਨੂੰ ਫਿਰਕੂ ਦੱਸਣ ਤੇ 1984 ਦੇ ਦੰਗਿਆਂ ਦੀ ਯਾਦ ਦਿਵਾਉਣ ਤੇ ਪਲਟਵਾਰ ਕਰਨ ਦਾ ਹਥਿਆਰ ਮਿਲ ਗਿਆ ਸੀ। ਹੁਣ ਕਾਂਗਰਸ ਨੇ ਸੰਸਦ ਵਿੱਚ ਇਨ੍ਹਾਂ ਦੰਗਿਆਂ ਦੀ ਜਾਂਚ ਦੀ ਮੰਗ ਚੁੱਕਣੀ ਸ਼ੁਰੂ ਕਰ ਦਿੱਤੀ। ਕੇਂਦਰ ਸਰਕਾਰ ਨੇ ਇਨ੍ਹਾਂ ਦੰਗਿਆਂ ਦੀ ਜਾਂਚ ਦਾ ਕੰਮ ਵੀ ਜਸਟਿਸ ਨਾਨਾਵਟੀ ਨੂੰ ਸੌਂਪ ਦਿੱਤਾ ਤਾਂ ਮੇਰੇ ਮਨ ਵਿੱਚ ਉਸੇ ਵਕਤ ਸ਼ੰਕਾ ਉੱਠੀ ਕਿ ਕਿਧਰੇ ਹਿਸਾਬ ਕਿਤਾਬ ਬਰਾਬਰ ਕਰਨ ਦੀ ਚਾਲ ਤਾਂ ਨਹੀਂ ਹੈ। ਇੰਨਾ ਜ਼ਰੂਰ ਹੈ ਕਿ ਨਾਨਾਵਟੀ ਕਮਿਸ਼ਨ ਦੇ ਤੌਰ ਤੇ ਪਹਿਲੀ ਵਾਰ ਕਿਸੇ ਕਮਿਸ਼ਨ ਨੇ ਸਿੱਧੇ ਤੌਰ ਤੇ ਮੰਨਿਆ ਕਿ ਇਹ ਇੰਦਰਾ ਗਾਂਧੀ ਦੀ ਹੱਤਿਆ ਦੇ ਬਾਅਦ ਕੋਈ ਉੱਭਰਿਆ ਪ੍ਰਤੀਕਰਮ ਨਹੀਂ ਸੀ, ਬਲਕਿ ਸੰਗਠਿਤ ਤਰੀਕੇ ਦੇ ਨਾਲ ਯੋਜਨਾ ਬਣਾ ਕੇ ਦੰਗੇ ਹੋਏ ਸਨ। ਕਮਿਸ਼ਨ ਨੇ ਕਿਹਾ ਕਿ 31 ਅਕਤੂਬਰ ਦੀ ਰਾਤ ਦੰਗਿਆਂ ਦੇ ਲਈ ਬੈਠਕਾਂ ਕੀਤੀਆਂ ਗਈਆਂ। ਉਹਨਾਂ ਲੋਕਾਂ ਨਾਲ ਸੰਪਰਕ ਕੀਤਾ ਗਿਆ ਜੋ ਕਿ ਸੰਗਠਿਤ ਹਮਲੇ ਕਰ ਸਕਦੇ ਸੀ ਤੇ ਉਹਨਾਂ ਨੇ ਹੀ ਸਿੱਖਾਂ ਨੂੰ ਮਾਰ ਸੁੱਟਣ, ਘਰਾਂ ਤੇ ਦੁਕਾਨਾਂ ਨੂੰ ਸਾੜਨ ਤੇ ਲੁੱਟਣ ਦੇ ਨਿਰਦੇਸ਼ ਦਿੱਤੇ। ਇਹ ਹਮਲੇ ਬਿਨਾਂ ਪੁਲਿਸ ਤੋਂ ਡਰੇ ਕੀਤੇ ਗਏ। 31 ਅਕਤੂਬਰ 1984 ਨੂੰ ਤਾਂ ਛੁੱਟ-ਪੁੱਟ ਘਟਨਾਵਾਂ ਪ੍ਰਤੀਕਿਰਿਆ ਵਜੋਂ ਹੋਈਆਂ, ਪਰ 1 ਨਵੰਬਰ ਨੂੰ ਹਮਲਿਆਂ ਦਾ ਕਾਰਨ ਇਹ ਨਹੀਂ ਰਿਹਾ। ਜਨਤਾ ਦੇ ਗੁੱਸੇ ਦਾ ਫਾਇਦਾ ਚੁੱਕ ਕੇ ਹੋਰ ਤਾਕਤਾਂ ਸਥਿਤੀ ਦੀ ਦੁਰਵਰਤੋਂ ਕਰਨ ਲਈ ਆ ਗਈਆਂ ਸਨ। ਕਮਿਸ਼ਨ ਇਨ੍ਹਾਂ ਹੋਰਨਾਂ ਤਾਕਤਾਂ ਦਾ ਖੁਲਾਸਾ ਨਹੀਂ ਕਰਦਾ। ਇਹ ਗੱਲ ਤਾਂ ਕਹੀ ਗਈ ਹੈ ਕਿ ਜਿੱਥੇ ਸਿੱਖਾਂ ਨੇ ਮੁਕਾਬਲੇ ਦੀ ਕੋਸ਼ਿਸ਼ ਕੀਤੀ, ਉੱਥੇ ਪੁਲਿਸ ਨੇ ਉਹਨਾਂ ਨੂੰ ਵੱਖ-ਵੱਖ ਕਰ ਦਿੱਤਾ ਜਾਂ ਹਥਿਆਰ ਲੈ ਲਏ ਤੇ ਫਿਰ ਭੀੜ ਨੇ ਹਮਲਾ ਕਰ ਦਿੱਤਾ। ਕਾਂਗਰਸ ਦੇ ਸੱਜਣ ਕੁਮਾਰ, ਟਾਈਟਲਰ, ਭਗਤ ਵਰਗੇ ਆਗੂਆਂ ਨੂੰ ਤਾਂ ਘੇਰੇ ਵਿੱਚ ਲਿਆ, ਪਰ ਟਾਪ ਲੈਵਲ ਉੱਤੇ ਜ਼ਿੰਮੇਵਾਰੀ ਨਹੀਂ ਪਾਈ। ਹੁਣ ਜਰਾ 1984 ਦੇ ਦੰਗਿਆਂ ਦੇ ਬਾਅਦ ਨਿਆਂ ਦੇ ਚੱਕਰ ਉੱਤੇ ਝਾਤ ਮਾਰੀਏ ਤਾਂ ਲੱਗਦਾ ਹੈ ਕਿ ਜਿਵੇਂ ਨਿਆਂ ਦੇ ਨਾਮ ਉੱਤੇ ਮਜ਼ਾਕ ਕੀਤਾ ਗਿਆ ਹੈ। ਕਤਲੇਆਮ ਦੇ ਬਾਅਦ ਸਭ ਤੋਂ ਪਹਿਲਾਂ ਸੀਨੀਅਰ ਪੁਲਿਸ ਅਧਿਕਾਰੀ ਵੇਦ ਮਾਰਵਾ ਨੂੰ 1984 ਵਿੱਚ ਹੀ ਪੁਲਿਸ ਦੀ ਭੂਮਿਕਾ ਦੀ ਜਾਂਚ ਸੌਂਪੀ ਗਈ। ਵੇਦ ਮਾਰਵਾ ਨੂੰ ਸਿਰਫ ਪੁਲਿਸ ਦੀ ਭੂਮਿਕਾ ਦੀ ਜਾਂਚ ਕਰਨੀ ਸੀ, ਨਾ ਕਿ ਇਹ ਵੇਖਣਾ ਸੀ ਕਿ ਦੰਗਿਆਂ ਦੇ ਦੋਸ਼ੀ ਕੌਣ ਹਨ। ਫਿਰ ਵੀ ਵੇਦ ਮਾਰਵਾ ਨੇ ਇਮਾਨਦਾਰੀ ਨਾਲ ਆਪਣੀ ਭੂਮਿਕਾ ਨੂੰ ਲੈਣ ਦੀ ਗਲਤੀ ਕਰ ਦਿੱਤੀ ਤੇ ਦਿੱਲੀ ਦੇ ਸਾਰੇ ਪੁਲਿਸ ਥਾਣਿਆਂ ਦੇ ਰਿਕਾਰਡ ਜ਼ਬਤ ਕਰਨੇ ਸ਼ੁਰੂ ਕਰ ਦਿੱਤੇ। ਜਿਨ੍ਹਾਂ ਪੁਲਿਸ ਅਧਿਕਾਰੀਆਂ ਦੇ ਇਸ਼ਾਰੇ ਤੇ ਜ਼ਿਆਦਾ ਸਿੱਖ ਮਾਰੇ ਗਏ ਸੀ ਅਤੇ ਜਿਨ੍ਹਾਂ ਤੇ ਉਂਗਲ ਉੱਠਣੀ ਸ਼ੁਰੂ ਹੋ ਗਈ, ਉਹ ਪਰੇਸ਼ਾਨ ਹੋ ਗਏ। ਤਾਰਾਂ ਖੜਕਣ ਲੱਗੀਆਂ। ਵੇਦ ਮਾਰਵਾ ਆਪਣੀ ਰਿਪੋਰਟ ਪੂਰੀ ਕਰਨ ਦੇ ਨੇੜੇ ਪੁੱਜ ਚੁੱਕੇ ਸੀ। ਸ਼ੰਕਿਤ ਪੁਲਿਸ ਅਫਸਰਾਂ ਦੇ ਦਿਲਾਂ ਦੀਆਂ ਧੜਕਣਾਂ ਵਧਣੀਆਂ ਸ਼ੁਰੂ ਹੋ ਗਈਆਂ। ਵੇਦ ਮਾਰਵਾ ਕਿਸੇ ਦੇ ਦਬਾਅ ਹੇਠ ਆਉਂਦੇ ਨਜ਼ਰ ਨਹੀਂ ਆ ਰਹੇ ਸੀ। ਹੁਣ ਪੁਲਿਸ ਦੀ ਭੂਮਿਕਾ ਤੇ ਜਾਂਚ ਕਰ ਰਹੇ ਸਰਕਾਰੀ ਕਮਿਸ਼ਨ ਦੀ ਪੜਤਾਲ ਬੰਦ ਕਰਾਉਣ ਲਈ ਇਨ੍ਹਾਂ ਪੁਲਿਸ ਅਫਸਰਾਂ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ। ਹਾਈ ਕੋਰਟ ਨੇ ਜਾਂਚ ਰੋਕਣ ਤੋਂ ਮਨਾ ਕਰ ਦਿੱਤਾ ਤਾਂ ਫਿਰ ਇਨ੍ਹਾਂ ਪੁਲਿਸ ਅਫਸਰਾਂ ਨੇ ਸ਼ਾਇਦ ਬਾਕੀ ਬਚੇ ਆਗੂਆਂ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਕਿ ਜੇਕਰ ਉਹ ਫਸੇ ਤਾਂ ਉਹਨਾਂ ਨੂੰ ਸੱਚ ਉਗਲਣਾ ਪਵੇਗਾ ਕਿ ਇਹ ਕਤਲੇਆਮ ਕਿਹੜੇ ਇਸ਼ਾਰਿਆਂ ਤੇ ਹੋਇਆ ਸੀ। ਜੇਕਰ ਇਹ ਖਦਸ਼ਾ ਠੀਕ ਨਹੀਂ ਹੈ ਤਾਂ ਫਿਰ ਵੇਦ ਮਾਰਵਾ ਨੂੰ ਜਾਂਚ ਦਾ ਕੰਮ ਬੰਦ ਕਰਨ ਲਈ ਕਿਉਂ ਕਿਹਾ ਗਿਆ। ਉਹ ਜਾਂਚ ਪੂਰੀ ਕਰ ਚੁੱਕੇ ਸੀ ਤੇ ਸਿਰਫ ਰਿਪੋਰਟ ਲਿਖਣਾ ਹੀ ਬਾਕੀ ਸੀ। ਜਾਂਚ ਬੰਦ ਕਰਨ ਦਾ ਹੁਕਮ ਗ੍ਰਹਿ ਮੰਤਰਾਲੇ ਤੋਂ ਹੀ ਆਇਆ ਸੀ, ਜਿਸ ਨੂੰ ਨਾਨਾਵਟੀ ਕਮਿਸ਼ਨ ਨੇ ਬਰੀ ਕਰ ਦਿੱਤਾ ਸੀ। ਆਖਿਰ
ਕਿਉਂ ਮਾਰਵਾ ਨੇ ਜਾਂਚ ਬੰਦ ਕਰ ਦਿੱਤੀ ਤੇ ਉਹਨਾਂ ਕੋਲ ਜੁਟਾਏ ਗਏ ਸਾਰੇ ਸਬੂਤ ਤੇ ਰਿਕਾਰਡ ਜ਼ਬਤ ਕਰ ਲਏ ਗਏ। ਇਸ ਦੇ ਬਾਅਦ ਸਾਬਕਾ ਚੀਫ ਜਸਟਿਸ ਰੰਗਨਾਥ ਮਿਸ਼ਰਾ ਨੂੰ ਦੰਗਿਆਂ ਦੇ ਬਾਰੇ ਜਾਂਚ ਕਰਨ ਲਈ ਕਿਹਾ ਗਿਆ। ਵੇਦ ਮਾਰਵਾ ਨੇ ਜੋ ਰਿਕਾਰਡ ਇਕੱਠੇ ਕੀਤੇ ਸੀ ਉਹ ਅੱਗੇ ਵਾਲੇ ਜਾਂਚ ਕਮਿਸ਼ਨ ਨੂੰ ਨਹੀਂ ਸੌਂਪੇ ਗਏ। ਪੁਲਿਸ ਉਸ ਵਕਤ ਕੀ ਕਰ ਰਹੀ ਸੀ, ਇਸ ਦਾ ਪੁਲਿੰਦਾ ਸਾਹਮਣੇ ਨਹੀਂ ਆਉਣ ਦਿੱਤਾ ਗਿਆ। ਇਹ ਕਪਟ ਭਰਪੂਰ ਕਾਰਵਾਈ ਸੀ। ਮਈ 1985 ਵਿੱਚ ਮਿਸ਼ਰਾ ਕਮਿਸ਼ਨ ਦਾ ਗਠਨ ਹੋਇਆ ਤੇ ਉਹਨਾਂ ਨੇ ਇਸ ਗੱਲ ਦੀ ਪੜਤਾਲ ਸ਼ੁਰੂ ਕਰ ਦਿੱਤੀ ਕਿ ਦੰਗੇ ਸੰਗਠਿਤ ਸਨ ਜਾਂ ਨਹੀਂ। ਅਗਸਤ 1986 ਵਿੱਚ ਉਹਨਾਂ ਨੇ ਰਿਪੋਰਟ ਵੀ ਦੇ ਦਿੱਤੀ ਅਤੇ ਕਿਹਾ ਕਿ ਦੰਗੇ ਸੰਗਠਿਤ ਨਹੀਂ ਸਨ। ਹਾਲਾਂਕਿ ਹਜ਼ਾਰਾਂ ਹਲਫਨਾਮੇ ਉਹਨਾਂ ਦੇ ਇਸ ਨਤੀਜੇ ਨੂੰ ਮੂੰਹ ਚੜਾ ਰਹੇ ਸਨ। ਇਲਜ਼ਾਮ ਹੈ ਕਿ ਜਾਣਬੁੱਝ ਕੇ ਪੁਲਿਸ ਤੋਂ ਫਰਜ਼ੀ ਹਲਫਨਾਮੇ ਦਾਖਲ ਕਰਵਾਏ ਗਏ ਤਾਂ ਕਿ ਸਿੱਟਾ ਕੱਢਦੇ ਵਕਤ ਉਹਨਾਂ ਦਾ ਸਹਾਰਾ ਲਿਆ ਜਾ ਸਕੇ। ਬਸੰਤ ਸਿੰਘ ਸਮੇਤ ਐਸੇ ਕਈ ਹਲਫਨਾਮਿਆਂ ਨੇ ਜਾਂਚ ਨੂੰ ਗੁੰਮਰਾਹ ਕਰਨ ਦੀਆਂ ਸਾਜ਼ਿਸ਼ਾਂ ਦਾ ਪਰਦਾ ਫਾਸ਼ ਕਰ ਦਿੱਤਾ। ਬਸੰਤ ਸਿੰਘ ਤੋਂ ਸਿਰਫ ਮੁਆਵਜ਼ੇ ਦੇ ਫੇਰ ਵਿੱਚ ਪੁਲਿਸ ਨੇ ਅਜਿਹੇ ਹਲਫਨਾਮੇ ਤੇ ਦਸਤਖਤ ਕਰਾ ਲਏ ਸੀ ਜਿਸ ਵਿੱਚ ਉਸ ਨੇ ਮੰਨ ਲਿਆ ਸੀ ਕਿ ਦੰਗੇ ਸੰਗਠਿਤ ਨਹੀਂ ਸਨ ਤੇ ਕੋਈ ਕਾਂਗਰਸੀ ਨੇਤਾ ਦੋਸ਼ੀ ਨਹੀਂ ਹੈ। ਬਾਅਦ ਵਿੱਚ ਜੱਜ ਦੇ ਸਾਹਮਣੇ ਉਸ ਨੇ ਸੱਚ ਉਗਲਿਆ ਤੇ ਸਾਜ਼ਿਸ਼ ਬੇਪਰਦਾ ਹੋ ਗਈ ਸੀ। 1984 ਦੇ ਪੀੜਤਾਂ ਲਈ ਲੰਮੇ ਸਮੇਂ ਤੋਂ ਅਦਾਲਤੀ ਲੜਾਈ ਲੜਨ ਵਾਲੇ ਐਡਵੋਕੇਟ HS ਫੂਲਕਾ ਕਹਿੰਦੇ ਹਨ ਕਿ ਕਈ ਦੋਖੀ ਅਧਿਕਾਰੀਆਂ ਦੇ ਨਾਲ ਪੀੜਤ ਪੱਖ ਦੇ ਵਕੀਲਾਂ ਨੂੰ ਬਹਿਸ ਕਰਨ ਦੀ ਇਜਾਜ਼ਤ ਨਹੀਂ ਮਿਲੀ। ਰਿਪੋਰਟ ਆਉਣ ਦੇ ਬਾਅਦ ਜਦੋਂ ਜਸਟਿਸ ਰੰਗਨਾਥ ਮਿਸ਼ਰਾ ਤੋਂ ਪੁੱਛਿਆ ਗਿਆ ਕਿ ਉਹਨਾਂ ਨੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਦੀ ਸਿਫਾਰਿਸ਼ ਕਿਉਂ ਨਹੀਂ ਕੀਤੀ ਤਾਂ ਜਿਨ੍ਹਾਂ ਤੇ ਦੰਗੇ ਕਰਾਉਣ ਦੇ ਦੋਸ਼ ਲੱਗੇ ਸਨ, ਤਾਂ ਉਹਨਾਂ ਦਾ ਜਵਾਬ ਆਇਆ ਕਿ ਕਮਿਸ਼ਨ ਦੀ ਜਾਂਚ ਦਾ ਵਿਸ਼ਾ ਇਹ ਨਹੀਂ ਸੀ ਕਿ ਉਹ ਕਿਸੇ ਦੇ ਖਿਲਾਫ ਕਾਰਵਾਈ ਦੀ ਸਿਫਾਰਿਸ਼ ਕਰਨ। ਰਿਪੋਰਟ ਦੇਣ ਦੇ ਬਾਅਦ ਰੰਗਨਾਥ ਮਿਸ਼ਰਾ ਨੂੰ ਕੌਮੀ ਮਾਨਵ ਅਧਿਕਾਰ ਕਮਿਸ਼ਨ ਦਾ ਮੁਖੀ ਬਣਾਇਆ ਗਿਆ। ਬਾਅਦ ਵਿੱਚ ਇਹੀ ਰੰਗਨਾਥ ਮਿਸ਼ਰਾ ਕਾਂਗਰਸ ਦੇ ਵੱਲੋਂ ਰਾਜ ਸਭਾ ਵਿੱਚ 6 ਸਾਲ ਬੈਠੇ ਰਹੇ। ਮੈਂ ਇਹਨਾਂ ਨੂੰ ਰਾਜ ਸਭਾ ਵਿੱਚ ਬੈਠਿਆਂ ਵੇਖਦਾ ਤਾਂ ਚੰਗਾ ਨਹੀਂ ਲੱਗਦਾ ਸੀ, ਖਾਸ ਕਰ ਇਹ ਵੇਖ ਕੇ ਕਿ ਉਹ ਪੂਰੇ ਕਾਰਜਕਾਲ ਵਿੱਚ ਸ਼ਾਇਦ ਇੱਕ ਅੱਧ ਵਾਰ ਹੀ ਬੋਲਣ ਲਈ ਉੱਠੇ। ਰੰਗਨਾਥ ਮਿਸ਼ਰਾ ਕਮਿਸ਼ਨ ਨੇ ਨੁਕਸਾਨ ਦੇ ਮੁਆਵਜ਼ੇ, ਮਰਨ ਵਾਲਿਆਂ ਦੀ ਗਿਣਤੀ ਤੇ ਪੁਲਿਸ ਦੀ ਭੂਮਿਕਾ ਦੀ ਜਾਂਚ ਨੂੰ ਲੈ ਕੇ 3 ਕਮੇਟੀਆਂ ਬਣਾਉਣ ਦੀ ਸਿਫਾਰਿਸ਼ ਜ਼ਰੂਰ ਕੀਤੀ ਸੀ। ਇਸ ਦੇ ਆਧਾਰ ਤੇ ਹੀ ਸਭ ਤੋਂ ਪਹਿਲਾਂ 1985 ਵਿੱਚ ਬਣੀ ਗੁਰਚਰਨ ਸਿੰਘ ਢਿੱਲੋਂ ਕਮੇਟੀ ਨੇ ਆਪਣੀਆਂ ਸਿਫਾਰਿਸ਼ਾਂ ਵਿੱਚ ਦੰਗਾ ਪੀੜਤਾਂ ਦੇ ਵਸੇਬੇ ਤੇ ਹੋਏ ਨੁਕਸਾਨ ਦੀ ਭਰਪਾਈ ਲਈ ਕਿਹਾ। ਢਿੱਲੋਂ ਕਮੇਟੀ ਦਾ ਕਹਿਣਾ ਸੀ ਕਿ ਸਾਰੀਆਂ ਬੀਮਾ ਕੰਪਨੀਆਂ ਸਰਕਾਰੀ ਹਨ, ਇਸ ਲਈ ਜੇਕਰ ਸਿੱਖਾਂ ਦੇ ਜਾਨ ਮਾਲ ਦੇ ਨੁਕਸਾਨ ਦਾ ਮੁਆਵਜ਼ਾ ਬੀਮਾ ਕੰਪਨੀਆਂ ਤੋਂ ਹੋ ਜਾਏ ਤਾਂ ਚੰਗਾ ਰਹੇਗਾ। ਸੰਵੇਦਨਸ਼ੀਲ ਹੋ ਚੁੱਕੀ ਸਰਕਾਰ ਨੇ ਇਸ ਸਿਫਾਰਿਸ਼ ਨੂੰ ਕੂੜੇ ਦੇ ਡੱਬੇ ਵਿੱਚ ਸੁੱਟਦਿਆਂ ਹੋਇਆਂ ਕਿਹਾ ਕਿ ਇਸ ਨੂੰ ਮਨਜ਼ੂਰ ਨਹੀਂ ਕੀਤਾ ਜਾ ਸਕਦਾ। ਇਹ ਉਹੀ ਸਰਕਾਰ ਸੀ ਜਿਸ ਨੇ ਸਿੱਖਾਂ ਦੇ ਟੀਵੀ, ਫਰਿੱਜ ਲੁੱਟਣ ਦੇ ਬਾਅਦ ਵੀ ਇਹ ਫੈਸਲਾ ਜ਼ਰੂਰ ਕਰ ਲਿਆ ਸੀ ਕਿ ਟੀਵੀ ਤੇ ਫਰਿੱਜ ਦੇ ਲਈ ਲਾਇਸੈਂਸ ਹੋਣਾ ਜ਼ਰੂਰੀ ਨਹੀਂ ਹੈ। ਫਰਵਰੀ 1987 ਵਿੱਚ ਰਿਟਾਇਰਡ ਜੱਜ ਦਲੀਪ ਕੁਮਾਰ ਤੇ ਰਿਟਾਇਰਡ ਸਕੱਤਰ ਕੁਸਮਲਤਾ ਮਿੱਤਲ ਨੂੰ ਪੁਲਿਸ ਦੀ ਭੂਮਿਕਾ ਦੀ ਜਾਂਚ ਸੌਂਪੀ ਗਈ। ਹੈਰਾਨੀ ਦੀ ਗੱਲ ਹੈ ਕਿ ਦਲੀਪ ਕੁਮਾਰ ਉਪਲਬਧ ਰਿਕਾਰਡਾਂ ਦੀ ਜਾਂਚ ਹੀ ਨਹੀਂ ਕਰਨਾ ਚਾਹੁੰਦੇ ਸੀ। ਮਤਭੇਦ ਸ਼ੁਰੂ ਹੋ ਗਏ ਤੇ ਦੋਵਾਂ ਨੇ ਆਪਣੀ ਵੱਖ-ਵੱਖ ਰਿਪੋਰਟ ਸੌਂਪੀ। ਮਿੱਤਲ ਕਮੇਟੀ ਨੇ ਪੁਲਿਸ ਅਫਸਰਾਂ ਦੀ ਭੂਮਿਕਾ ਦੀ
ਜੰਮ ਕੇ ਧੱਜੀਆਂ ਉਡਾਈਆਂ ਤੇ 72 ਪੁਲਿਸ ਅਫਸਰਾਂ ਦੇ ਖਿਲਾਫ ਕਾਰਵਾਈ ਦੀ ਸਿਫਾਰਿਸ਼ ਕੀਤੀ, ਪਰ ਕਿਸੇ ਇੱਕ ਨੂੰ ਵੀ ਕੋਈ ਸਜ਼ਾ ਨਹੀਂ ਦਿੱਤੀ ਗਈ। ਇਸੇ ਦੇ ਨਾਲ ਰਿਟਾਇਰਡ ਜੱਜ ML ਜੈਨ ਤੇ ਰਿਟਾਇਰਡ IPS ਅਧਿਕਾਰੀ EN ਰੇਨੀ ਸਿਓਨ ਨੂੰ ਇਹ ਜਾਂਚ ਕਰਨ ਦੇ ਲਈ ਨਿਯੁਕਤ ਕੀਤਾ ਗਿਆ ਕਿ ਜਿਹੜੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਰੇਨੀ ਸਿਓਨ ਨੇ ਛੇਤੀ ਹੀ ਇਸ ਕਮੇਟੀ ਤੋਂ ਅਸਤੀਫਾ ਦੇ ਦਿੱਤਾ। ਸਾਬਤ ਹੁੰਦਾ ਹੈ ਕਿ ਜਦੋਂ ਜਾਂਚ ਕਰਨ ਵਾਲਾ ਅਧਿਕਾਰੀ ਹੀ ਖੁਦ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਸੀ ਤਾਂ ਪੀੜਤਾਂ ਦੀ ਕੀ ਹਾਲਤ ਰਹੀ ਹੋਵੇਗੀ। ਇਹਨਾਂ ਦੀ ਥਾਂ ਤੇ ਰਿਟਾਇਰਡ IPS ਅਫਸਰ AK ਬੈਨਰਜੀ ਨੂੰ ਲਾਇਆ ਗਿਆ। ਇਸ ਕਮੇਟੀ ਨੇ ਜਗਦੀਸ਼ ਟਾਈਟਲਰ ਤੇ ਸੱਜਣ ਕੁਮਾਰ ਦੇ ਖਿਲਾਫ ਅਪਰਾਧਿਕ ਮਾਮਲੇ ਦਰਜ ਕਰਨ ਨੂੰ ਕਿਹਾ ਵੀ, ਪਰ ਦਿੱਲੀ ਹਾਈ ਕੋਰਟ ਦੇ ਇੱਕ ਅਜਿਹਾ ਹੁਕਮ ਜਾਰੀ ਕਰ ਦਿੱਤਾ। ਕਮੇਟੀ ਜਾਂਚ ਤੇ ਅਗਾਂਹ ਵਧ ਹੀ ਨਾ ਸਕੀ। ਬਾਅਦ ਵਿੱਚ ਕਮੇਟੀ ਦੇ ਗਠਨ ਦੀ ਅਧਿਸੂਚਨਾ ਨੂੰ ਹੀ ਅਦਾਲਤ ਨੇ ਰੱਦ ਕਰ ਦਿੱਤਾ। ਇੱਥੇ ਇਹ ਗੱਲ ਦੱਸਣੀ ਜ਼ਰੂਰੀ ਹੈ ਕਿ ਇੰਡੀਅਨ ਐਕਸਪ੍ਰੈਸ ਨੇ ਇਸ ਗੱਲ ਦਾ ਖੁਲਾਸਾ ਕਰ ਦਿੱਤਾ ਸੀ ਕਿ ਜੈਨ ਬੈਨਰਜੀ ਕਮੇਟੀ ਨੇ ਅਨੇਕ ਕੌਰ ਦੀ ਗਵਾਹੀ ਦੇ ਆਧਾਰ ਤੇ ਸੱਜਣ ਕੁਮਾਰ ਦੇ ਖਿਲਾਫ ਅਪਰਾਧਿਕ ਮਾਮਲਾ ਦਰਜ ਕਰਨ ਨੂੰ ਕਿਹਾ ਹੈ। ਇਸੇ ਲਈ ਜੈਨ ਬੈਨਰਜੀ ਕਮੇਟੀ ਦੇ ਗਠਨ ਨੂੰ ਹੀ ਚੁਣੌਤੀ ਦੇ ਦਿੱਤੀ ਗਈ। ਇੱਥੇ ਕਾਰਜਕਾਰੀ ਚੀਫ ਜਸਟਿਸ ਜੋਗੇਸ਼ਵਰ ਦਿਆਲ ਨੇ ਸਿੱਧਿਆਂ ਹੀ ਸਟੇ ਦੇ ਦਿੱਤਾ ਤੇ ਕਿਹਾ ਕਿ ਜੈਨ ਬੈਨਰਜੀ ਕਮੇਟੀ ਕਿਸੇ ਖਿਲਾਫ ਵੀ ਮਾਮਲਾ ਦਰਜ ਕਰਨ ਨੂੰ ਕਹਿੰਦੀ ਹੈ ਤਾਂ ਨਾ ਮੰਨਿਆ ਜਾਵੇ। ਇਹ ਉਹੀ ਜਸਟਿਸ ਦਿਆਲ ਸੀ ਜਿਨ੍ਹਾਂ ਨੇ ਕਹਿ ਦਿੱਤਾ ਸੀ ਕਿ ਪੱਤਰਕਾਰਾਂ ਦੀਆਂ ਖਬਰਾਂ ਤੇ ਉਹ ਕੋਈ ਅਹਿਮੀਅਤ ਨਹੀਂ ਦਿੰਦੇ ਅਤੇ ਸਭ ਤੋਂ ਪਹਿਲਾਂ ਦੰਗਿਆਂ ਦਾ ਸੱਚ ਸਾਹਮਣੇ ਲਿਆਉਣ ਵਾਲੀ PUCA ਤੇ PDUR ਦੀ ਜਾਂਚ ਰਿਪੋਰਟ ਦੀ ਪੜਤਾਲ ਨੂੰ ਲੈਣ ਤੋਂ ਹੀ ਮਨਾ ਕਰ ਦਿੱਤਾ ਸੀ। ਅਹੂਜਾ ਕਮੇਟੀ ਨੇ ਸਿਰਫ ਇਹ ਦੱਸਿਆ ਕਿ ਦਿੱਲੀ ਵਿੱਚ ਸਰਕਾਰੀ ਰਿਕਾਰਡ ਦੇ ਮੁਤਾਬਕ 2733 ਲੋਕ ਮਾਰੇ ਗਏ ਸੀ। ਕਤਲੇਆਮ ਤੇ ਉਸ ਤੋਂ ਬਾਅਦ ਇਸ ਤਰ੍ਹਾਂ ਦੇ ਕਮਿਸ਼ਨਾਂ ਤੇ ਕਮੇਟੀਆਂ ਦੇ ਨਾਮ ਉੱਤੇ ਧੋਖਾ ਚੱਲ ਹੀ ਰਿਹਾ ਸੀ ਕਿ 1999 ਵਿੱਚ VP ਸਿੰਘ ਬੋਫੋਰਸ ਤੋਪਕਾਂਡ ਦੇ ਦਮ ਤੇ ਸੱਤਾ ਵਿੱਚ ਪਹੁੰਚ ਗਏ। ਹੁਣ 1990 ਵਿੱਚ ਦਿੱਲੀ ਪ੍ਰਸ਼ਾਸਨ ਨੇ ਗੁਜਰਾਤ ਹਾਈ ਕੋਰਟ ਦੇ ਰਿਟਾਇਰਡ ਚੀਫ ਜਸਟਿਸ P ਸੁਬਰਾਮਨਿਅਮ ਪੋਟੀ ਤੇ ਰਿਟਾਇਰਡ IPS ਅਫਸਰ PA ਰੋਸ਼ਾ ਨੂੰ ਮਿਲ ਕੇ ਇੱਕ ਕਮੇਟੀ ਬਣਾ ਦਿੱਤੀ। ਇਸ ਦੌਰਾਨ ਕਾਂਗਰਸ ਦੇ ਗੁੰਡਿਆਂ ਨੇ ਇਹਨਾਂ ਦੋਵਾਂ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਸੀ। ਇਸ ਉੱਤੇ ਜਾਂਚ ਅੱਗੇ ਨਾ ਵਧਾਉਣ ਦਾ ਦਬਾਅ ਵਧਦਾ ਜਾ ਰਿਹਾ ਸੀ। ਰੋਸ਼ਾ ਪਹਿਲਾਂ ਹੀ ਹਟ ਗਏ ਤਾਂ ਉਹਨਾਂ ਦੀ ਥਾਂ ਰਿਟਾਇਰਡ IPS ਅਫਸਰ ਅਗਰਵਾਲ ਨੂੰ ਲਾਇਆ ਗਿਆ। ਇਹਨਾਂ ਨੇ ਅਜੇ 6 ਮਹੀਨੇ ਹੀ ਕੰਮ ਕੀਤਾ ਸੀ ਕਿ ਇਹ ਆਪਣਾ ਪਦ ਛੱਡਣ ਲਈ ਮਜਬੂਰ ਹੋ ਗਏ। ਕਾਰਨ ਇਹ ਸੀ ਕਿ ਇਸ ਕਮੇਟੀ ਨੇ ਵੀ ਸ਼ੁਰੂਆਤੀ ਜਾਂਚ ਨੂੰ ਵੇਖਦੇ ਹੋਏ ਹੀ ਸੱਜਣ ਕੁਮਾਰ ਤੇ ਟਾਈਟਲਰ ਵਰਗੇ ਦੋਸ਼ੀਆਂ ਦੇ ਖਿਲਾਫ ਮਾਮਲੇ ਦਰਜ ਕਰਨ ਨੂੰ ਕਹਿ ਦਿੱਤਾ ਸੀ। ਇਹਨਾਂ ਦੇ ਹਟਣ ਤੇ ਜੈਨ ਅਗਰਵਾਲ ਕਮੇਟੀ ਬਣਾਈ ਗਈ, ਜਿਸ ਨੇ 669 ਹਲਫਨਾਮਿਆਂ ਤੇ ਦਰਜ ਹੋਈ FIR ਦੀ ਜਾਂਚ ਤੇ ਵੇਖਿਆ ਕਿ FIR ਇਸ ਤਰ੍ਹਾਂ ਤਿਆਰ ਕੀਤੀਆਂ ਗਈਆਂ ਹਨ ਕਿ ਕਿਸੇ ਦੋਸ਼ੀ ਨੂੰ ਸਜ਼ਾ ਹੀ ਨਹੀਂ ਦਿੱਤੀ ਜਾ ਸਕਦੀ। ਇਹ FIR ਆਮ, ਅਸਪਸ਼ਟ ਤੇ ਬਹੁ ਪ੍ਰੋਜਨੀਕ ਸਨ। ਪੁਲਿਸ ਨੇ ਇਹਨਾਂ FIR ਨੂੰ ਦਰਜ ਕਰਕੇ ਕੋਈ ਜਾਂਚ ਕਰਕੇ ਦੋਸ਼ੀਆਂ ਦਾ ਪਤਾ ਲਾਉਣ ਦੀ ਕੋਈ ਕਾਰਵਾਈ ਨਹੀਂ ਕੀਤੀ ਸੀ। ਇਹੀ ਕਾਰਨ ਸੀ ਕਿ ਅਦਾਲਤਾਂ ਵਿੱਚ ਮਾਮਲੇ ਠਹਿਰ ਹੀ ਨਹੀਂ ਸਕੇ। ਜਾਣ ਬੁੱਝ ਕੇ ਕੁਝ ਰਿਪੋਰਟ ਲਿਖਵਾਉਣ ਵਾਲਿਆਂ ਦੇ ਨਾਵਾਂ ਵਿੱਚ ਅੱਖਰਾਂ ਦੀਆਂ ਗੜਬੜਾਂ ਕਰ ਦਿੱਤੀਆਂ ਗਈਆਂ ਸੀ। ਜਦੋਂ ਇਹ ਖੇਡ ਚੱਲ ਹੀ ਰਹੀ ਸੀ ਕਿ ਦਿੱਲੀ ਵਿੱਚ ਭਾਜਪਾ ਦੀ ਸਰਕਾਰ ਬਣ ਗਈ। ਮਦਨ ਲਾਲ ਖੁਰਾਰਾਂ
1984 ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦਾ ਵਾਅਦਾ ਕਰਕੇ ਆਏ ਸੀ ਤੇ ਸਿੱਖਾਂ ਨੇ ਉਹਨਾਂ ਦਾ ਸਾਥ ਵੀ ਦਿੱਤਾ ਸੀ। ਹੁਣ ਉਹਨਾਂ ਨੂੰ ਸਲਾਹ ਦਿੱਤੀ ਗਈ ਕਿ ਉਹ ਦਿੱਲੀ ਦੇ ਮੁੱਖ ਮੰਤਰੀ ਹਨ ਤਾਂ ਕਿਉਂ ਨਹੀਂ ਦਿੱਲੀ ਸਰਕਾਰ ਦੇ ਵੱਲੋਂ ਹੀ ਜਾਂਚ ਬਿਠਾ ਦੇਣ। ਉਹਨਾਂ ਨੇ ਕੋਸ਼ਿਸ਼ ਕੀਤੀ ਤਾਂ ਉਪ ਰਾਜਪਾਲ ਪੀਕੇ ਦਵੇ ਨੇ ਇਸ ਨੂੰ ਖਾਰਜ ਕਰ ਦਿੱਤਾ। ਹੁਣ ਦਿੱਲੀ ਸਰਕਾਰ ਜਾਂਚ ਕਮਿਸ਼ਨ ਲਈ ਕੋਈ ਸਰਕਾਰੀ ਮਦਦ ਨਹੀਂ ਕਰ ਸਕਦੀ ਸੀ। ਇਸ ਤੇ ਹਰਿਆਣਾ ਤੇ ਪੰਜਾਬ ਹਾਈ ਕੋਰਟ ਦੇ ਸਾਬਕਾ ਚੀਫ ਜਸਟਿਸ RS ਨਰੂਲਾ ਦੀ ਪ੍ਰਧਾਨਗੀ ਵਿੱਚ ਕਮੇਟੀ ਬਣਾਈ ਤਾਂ ਗਈ, ਪਰ ਦਿੱਲੀ ਸਰਕਾਰ ਦੇ ਖਜ਼ਾਨੇ ਵਿੱਚੋਂ ਇੱਕ ਪੈਸਾ ਨਾ ਦਿੱਤਾ ਗਿਆ। ਕਮੇਟੀ ਦਾ ਜਾਂਚ ਦਫ਼ਤਰ ਵੀ ਘਰ ਵਿੱਚ ਹੀ ਬਣਾਇਆ ਗਿਆ। ਇਸ ਜਾਂਚ ਕਮਿਸ਼ਨ ਨੂੰ ਕਤਲੇਆਮ ਦੇ ਦੋਸ਼ੀਆਂ ਦੇ ਖਿਲਾਫ ਮਹੱਤਵਪੂਰਨ ਹਲਫਨਾਮੇ ਵੀ ਮਿਲ ਗਏ ਸੀ, ਪਰ ਜਦੋਂ ਇਹਨਾਂ ਨੂੰ ਕੇਂਦਰ ਦੀ ਰਾਓ ਸਰਕਾਰ ਨੂੰ ਸੌਂਪਿਆ ਗਿਆ ਤਾਂ ਉਹਨਾਂ ਨੇ ਇਸ ਨੂੰ ਆਪਣੇ ਕੋਲ ਹੀ ਰੱਖ ਲਿਆ। ਖੁਰਾਣਾ ਇਹਨਾਂ ਹਲਫਨਾਮਿਆਂ ਨੂੰ ਮੰਗਦੇ ਰਹੇ ਤਾਂ ਕਿ ਪੁਲਿਸ ਮਾਮਲੇ ਦਰਜ ਕਰ ਸਕੇ, ਪਰ ਰਾਓ ਸਰਕਾਰ ਵਾਪਸ ਕਰਨ ਨੂੰ ਤਿਆਰ ਹੀ ਨਹੀਂ ਸੀ। ਕੀ ਮਜ਼ਾਕ ਹੋ ਰਿਹਾ ਸੀ? ਪਹਿਲਾਂ ਜਾਂਚ ਕਰਨ ਦਾ ਅਧਿਕਾਰ ਹੀ ਨਹੀਂ ਦਿੱਤਾ ਤੇ ਜੇਕਰ ਜਾਂਚ ਕਰਕੇ ਸਬੂਤ ਹਾਸਲ ਕੀਤੇ ਤਾਂ ਉਹਨਾਂ ਨੂੰ ਜ਼ਬਤ ਕਰ ਲਿਆ। ਅੰਤ ਵਿੱਚ ਜਦੋਂ ਮਨੁੱਖੀ ਅਧਿਕਾਰ ਕਮਿਸ਼ਨ ਦਾ ਦਰਵਾਜ਼ਾ ਖੜਕਾਉਣ ਦੀ ਧਮਕੀ ਦਿੱਤੀ ਤਾਂ ਸਹੁੰ ਪੱਤਰ ਸੌਂਪੇ। ਇਸ ਕਮੇਟੀ ਨੇ ਵੀ ਭਗਤ ਟਾਈਟਲਰ ਤੇ ਸੱਜਣ ਕੁਮਾਰ ਦੇ ਖਿਲਾਫ ਮਾਮਲੇ ਦਰਜ ਕਰਨ ਨੂੰ ਕਿਹਾ ਸੀ। ਜਾਂਚ ਕਮੇਟੀਆਂ ਦੇ ਇਹਨਾਂ ਦੋਸ਼ੀਆਂ ਦੇ ਖਿਲਾਫ ਮਾਮਲੇ ਦਰਜ ਕਰਨ ਦੀਆਂ ਸਿਫਾਰਿਸ਼ਾਂ ਕਰਦੇ ਕਰਦੇ ਕਈ ਸਾਲ ਹੋ ਚੁੱਕੇ ਸੀ, ਪਰ FIR ਤੱਕ ਦਰਜ ਨਹੀਂ ਕੀਤੀ ਜਾ ਸਕੀ ਸੀ। ਐਸੇ ਹਾਲਾਤਾਂ ਵਿੱਚ ਗਵਾਹਾਂ ਦੀ ਸਥਿਤੀ ਸਮਝੀ ਜਾ ਸਕਦੀ ਹੈ। ਜਦ ਸਮੇਂ ਦੀਆਂ ਸਰਕਾਰਾਂ ਦੋਸ਼ੀਆਂ ਦੇ ਨਾਲ ਹੋਣ ਤੇ ਪੁਲਿਸ ਦੀ ਭੂਮਿਕਾ ਅਪਰਾਧਿਕ ਹੋਵੇ ਤਾਂ ਫਿਰ ਗਵਾਹਾਂ ਤੇ ਮਾਮਲਿਆਂ ਦਾ ਉਹੀ ਹੋਣਾ ਸੀ ਜੋ ਅੱਜ ਹੋ ਰਿਹਾ ਹੈ। ਇਸ ਦੇ ਬਾਅਦ ਹੀ ਮਈ 2000 ਵਿੱਚ ਨਾਨਾਵਟੀ ਕਮਿਸ਼ਨ ਬਣਿਆ, ਜਿਸ ਨੇ 2005 ਵਿੱਚ ਆਪਣੀ ਰਿਪੋਰਟ ਪੇਸ਼ ਕੀਤੀ। ਨਾਨਾਵਟੀ ਨੇ ਭਗਤ ਨੂੰ ਡਿਮੇਸ਼ੀਆ ਨਾਂ ਦੀ ਬਿਮਾਰੀ ਤੋਂ ਬੇਹੱਦ ਪੀੜਤ ਹੋਣ ਕਰਕੇ ਅਦਾਲਤੀ ਮਾਮਲੇ ਨਹੀਂ ਚਲਾਏ ਜਾਣ ਦੀ ਗੱਲ ਮੰਨ ਲਈ। ਉਹ ਇਸੇ ਗੰਭੀਰ ਬਿਮਾਰੀ ਦਾ ਸ਼ਿਕਾਰ ਹੋ ਕੇ ਦੁਨੀਆ ਛੱਡ ਗਿਆ, ਪਰ ਟਾਈਟਲਰ ਤੇ ਸੱਜਣ ਕੁਮਾਰ ਦੇ ਖਿਲਾਫ ਮਾਮਲੇ ਫਿਰ ਤੋਂ ਖੋਲ੍ਹਣ ਦੀ ਜ਼ੋਰਦਾਰ ਸਿਫਾਰਿਸ਼ ਕੀਤੀ ਗਈ ਸੀ। ਇਸ ਦੇ ਬਾਅਦ ਹੀ CBI ਨੂੰ ਇਹਨਾਂ ਮਾਮਲਿਆਂ ਦੀ ਜਾਂਚ ਕਰਨ ਨੂੰ ਕਿਹਾ, ਪਰ CBI ਨੇ ਟਾਈਟਲਰ ਦੇ ਮਾਮਲੇ ਵਿੱਚ ਜੋ ਰੁਖ ਵਿਖਾਇਆ ਤੇ ਚੋਣਾਂ ਤੋਂ ਠੀਕ ਪਹਿਲਾਂ ਕਲੀਨ ਚਿੱਟ ਦੇ ਕੇ ਮਾਮਲਾ ਬੰਦ ਕਰਨ ਦੀ ਸਿਫਾਰਿਸ਼ ਕੀਤੀ। ਉਸ ਨਾਲ ਫਿਰ ਤੋਂ ਸਵਾਲ ਖੜੇ ਹੋਣ ਲੱਗੇ। ਖੁਦ ਪ੍ਰਧਾਨ ਮੰਤਰੀ ਇਹ ਕਹਿੰਦਿਆਂ ਨਜ਼ਰ ਆਏ ਕਿ ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਕਲੀਨ ਚਿੱਟ ਦਿੱਤੀ ਜਾ ਰਹੀ ਹੈ। ਇੰਡੀਅਨ ਐਕਸਪ੍ਰੈਸ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਕਿਸ ਤਰ੍ਹਾਂ CBI ਦੇ ਨਿਰਦੇਸ਼ਕ ਨੇ ਆਪਣੇ ਜਾਇੰਟ ਨਿਰਦੇਸ਼ਕ ਦੇ ਹੋਰ ਸੀਨੀਅਰ ਅਫਸਰਾਂ ਦੀ ਰਾਏ ਦੇ ਉਲਟ ਮਾਮਲਾ ਬੰਦ ਕਰਾਉਣ ਦੀ ਸਿਫਾਰਿਸ਼ ਵੀ ਕੀਤੀ। ਆਖਰ ਨਿਆਂ ਦੇ ਨਾਂ ਤੇ ਇਹ ਮਜ਼ਾਕ ਕਦੋਂ ਬੰਦ ਹੋਵੇਗਾ? ਪੁਸਤਕ 1984 ਸਿੱਖ ਕਤਲੇਆਮ ਦਾ ਸੱਚ, ਲੇਖਕ ਜਰਨੈਲ ਸਿੰਘ, ਪੱਤਰਕਾਰ, ਦਿੱਲੀ, ਭਾਗ 11ਵਾਂ, ਆਵਾਜ਼ ਸੰਦੀਪ ਸਿੰਘ ਖਾਲੜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।